ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਬਹੁਤ ਸੱਜਣਾਂ ਦੇ ਜਿਹੜੇ ਫੋਨ ਹੈਗੇ ਆ ਉਹ ਇਸ ਢੰਗ ਤਰੀਕੇ ਦੇ ਨਾਲ ਆਉਂਦੇ ਹੈ। ਉਹ ਇੱਕੋ ਹੀ ਜਿਹੜਾ ਸਵਾਲ ਪੁੱਛਦੇ ਆ ਕਿ ਜਿਹੜੀਆਂ ਅਸੁਰੀ ਸ਼ਕਤੀਆਂ ਜਿਹਨਾਂ ਨੂੰ ਅਸੀਂ ਭੂਤ ਪ੍ਰੇਤ ਆਖ ਦਿੰਦੇ ਆ, ਇਹ ਸ਼ਕਤੀਆਂ ਇਨਸਾਨ ਦਾ ਪਿੱਛਾ ਕਿਵੇਂ ਕਰਦੀਆਂ, ਕਿਵੇਂ ਆ ਕੇ ਇਹਨਾਂ ਨੂੰ ਜਿਹੜੀਆਂ ਹੈ ਉਹ ਆਪਣਾ ਸ਼ਿਕਾਰ ਬਣਾਉਂਦੀਆਂ, ਇਹਨਾਂ ਇਨਸਾਨਾਂ ਨੂੰ ਚਿੰਬੜ ਜਾਂਦੀਆਂ ਹੈ। ਸੋ ਦੇਖੋ, ਆਪ ਸਭ ਦੇ ਗਿਆਨ ਵਾਸਤੇ ਜਿਹੜੀ ਇਹਦੀ ਇੱਕ ਤਿਲ ਮਾਤਰ ਵਿਚਾਰ ਆਪ ਦੇ ਨਾਲ ਦਾ ਸਾਂਝਾ ਕਰਤਾ ਹੈਗਾ। ਅਸਲ ਦੇ ਵਿੱਚ ਗੱਲ ਕੀ ਹੁੰਦੀ ਆ ਕਿ ਜਿਹੜੇ ਵਿਅਕਤੀ ਨਾਮ ਤੋਂ ਬਿਹੀਣੇ ਹੁੰਦੇ ਆ, ਸਖਣੇ ਹੁੰਦੇ ਆ, ਅਕਸਰ ਉਹ ਹੀ ਇਸ ਦੁਨੀਆ ਦੀਆਂ ਅਸੁਰੀ ਤਾਕਤਾਂ ਦਾ ਸ਼ਿਕਾਰ ਬਣਦੇ ਆ। ਇਹਦੇ ਕਈ ਕਾਰਨ ਜਿਹੜੇ ਹਨ ਉਹ ਮੰਨੇ ਜਾਂਦੇ ਆ। ਪਹਿਲਾ ਕਾਰਨ ਕੀ ਹੈਗਾ ਕਿ ਕਿਸੇ ਅਣਜਾਣਤ ਜਗ੍ਹਾ ਦੇ ਉੱਤੇ ਜਾ ਕੇ ਕੋਈ ਆਦਮੀ ਆਪਣਾ ਜਦੋਂ ਪਿਸ਼ਾਬ ਕਰ ਦਿੰਦਾ ਹੈ, ਖਾਸ ਕਰਕੇ ਜਿੱਥੇ ਪੀਰਾਂ ਦੀ ਜਗ੍ਹਾ ਉੱਥੇ ਪਿਸ਼ਾਬ ਕਰਦਾ ਹੈਗਾ, ਤੇ ਇਹ ਜਿਹੜੀਆਂ ਭੂਤ ਪ੍ਰੇਤਾਂ ਦੀ ਦੁਨੀਆ ਹੈਗੀ ਇਹਨਾਂ ਨੂੰ ਬਹੁਤ ਛੇਤੀ ਆਪਣਾ ਸ਼ਿਕਾਰ ਬਣਾ ਦਿੰਦੀ ਆ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਸਭ ਤੋਂ ਵੱਧ ਜਿਹੜੀ ਹੈ ਨਾ ਜਲਨ ਹੁੰਦੀ ਹੈਗੀ ਆ। ਸੋ ਇਸ ਕਰਕੇ ਦਾਸ ਨੇ ਦੇਖਿਆ ਹੈਗਾ ਕਿ ਇੱਕ ਬੀਬੀ ਜਿਹੜੀ ਵਿਆਹ ਤੋਂ ਪਹਿਲਾਂ ਜਿਹੜੀ ਸੀ ਉਸ ਨੇ ਕਿਸੇ ਪੀਰ ਦੀ ਜਗ੍ਹਾ 'ਤੇ ਪਿਸ਼ਾਬ ਕੀਤਾ ਸੀਗਾ, ਪਰ ਉਸ ਟਾਈਮ ਤਾਂ ਉਹਨੂੰ ਇਸ ਚੀਜ਼ ਦਾ ਕੋਈ ਗਿਆਨ ਨਹੀਂ ਸੀ। ਲੇਕਿਨ ਵਿਆਹੁਣ ਤੋਂ ਬਾਅਦ ਜਦੋਂ ਉਹ ਚੀਜ਼ ਜਿਹੜੀ ਸੀ ਉਹ ਪ੍ਰਗਟ ਹੋ ਕੇ ਉਹਦੇ ਸਿਰ ਦੇ ਉੱਤੇ ਬੋਲੀ ਸੀਗੀ, ਤਾਂ ਫਿਰ ਜਿਹੜਾ ਸੀਗਾ ਸਾਨੂੰ ਪਤਾ ਲੱਗਾ ਸੀਗਾ ਕਿ ਇਹਨੇ ਹੈ ਨਾ ਜਦ ਸਕੂਲ 'ਚ ਪੜ੍ਹਦੀ ਸੀ ਕਿਸੇ ਪੀਰ ਦੀ ਜਗ੍ਹਾ ਦੇ ਉੱਤੇ ਜਿਹੜਾ ਸੀਗਾ ਪਿਸ਼ਾਬ ਕੀਤਾ ਸੀਗਾ, ਅਤੇ ਉਹ ਪੀਰ ਜਿਹੜਾ ਸੀਗਾ ਇਹਦੇ ਨਾਲ ਹੀ ਜਿਹੜਾ ਸੀਗਾ ਇਹਦਾ ਪਿੱਛਾ ਕਰਦਾ ਰਹਿੰਦਾ ਸੀਗਾ। ਸੋ ਇਸ ਤੋਂ ਬਾਅਦ ਇਸ ਬੀਬੀ ਨੇ ਫਿਰ ਉਸੇ ਹੀ ਪੀਰ ਦੀ ਜਗ੍ਹਾ ਦੇ ਉੱਤੇ ਜਿਹੜਾ ਦਲੀਆ ਦਿੱਤਾ ਸੀਗਾ, ਤਾਂ ਜਾ ਕੇ ਫਿਰ ਇਹਦਾ ਛੁਟਕਾਰਾ ਹੋਇਆ ਸੀਗਾ। ਇੱਕ ਕਾਰਨ ਤਾਂ ਇਹ ਹੈਗਾ। ਇਹਦੇ ਕਾਰਨ ਦੇ ਵਿੱਚੋਂ ਇੱਕ ਦਾਸ ਨੇ ਜਿਹੜਾ ਸੀ ਲੜਕਾ ਵੀ ਦੇਖਿਆ ਸੀਗਾ, ਉਹ ਵੀ ਇਸ ਤਰ੍ਹਾਂ ਕਿਸੇ ਦੀ ਪਕੜ ਦੇ ਵਿੱਚ ਆ ਗਿਆ ਸੀਗਾ। ਉਹਦਾ ਕਾਰਨ ਵੀ ਜਿਹੜਾ ਸੀਗਾ ਉਹ ਉਸਨੇ ਕਿਸੇ ਪੀਰ ਦੀ ਜਗ੍ਹਾ ਦੇ ਉੱਤੇ ਪਿਸ਼ਾਬ ਕਰ ਦਿੱਤਾ ਸੀਗਾ। ਇੱਕ ਦਾਸ ਦਾ ਮਿੱਤਰ ਹੈਗਾ, ਉਸਨੇ ਵੀ ਆਪਣੀ ਘਟਨਾ ਜਿਹੜੀ ਸੀ ਦਾਸ ਨਾਲ ਸਾਂਝੀ ਕੀਤੀ ਸੀਗੀ ਕਿ ਇੱਕ ਵਾਰ ਜਦੋਂ ਕਿਸੇ ਦੇ ਘਰ ਮਿਸਤਰੀ ਦਾ ਕੰਮ ਕਰਦਾ ਸੀਗਾ, ਅਤੇ ਉਹ ਪਿਸ਼ਾਬ ਕਰਨ ਵਾਸਤੇ ਜਦ ਬਾਹਰ ਨਿਕਲਿਆ ਉਸ ਘਰੋਂ ਬਾਹਰ, ਅਤੇ ਬਾਹਰ ਇੱਕ ਕਿੱਕਰ ਦਾ ਪੇੜ ਸੀਗਾ। ਕਹਿੰਦਾ ਵੀ ਜਦੋਂ ਮੈਂ ਉਸ ਕਿੱਕਰ ਦੇ ਪੇੜ ਦੇ ਥੱਲੇ ਪਿਸ਼ਾਬ ਕੀਤਾ ਸੀਗਾ, ਤਾਂ ਫਿਰ ਜਿਹੜਾ ਸੀਗਾ ਇੱਕ ਚੀਜ਼ ਨੇ ਮੈਨੂੰ ਐਸਾ ਫੜਿਆ ਸੀਗਾ ਕਿ ਮੇਰੇ ਪੇਟ ਦੇ ਵਿੱਚ ਦਰਦ ਬੜੀ ਸੀ ਹੋਈ। ਪਰ ਉਸ ਤੋਂ ਬਾਅਦ ਜਾਣੀ ਕਿ ਕਹਿੰਦੇ ਮੈਨੂੰ ਪਤਾ ਲੱਗਾ ਹੈਗਾ ਕਿ ਵਾਕਿਆ ਇਸ ਤਰ੍ਹਾਂ ਹੁੰਦਾ ਹੈ। ਪਰ ਕਿਸੇ ਮਹਾਤਮਾ ਦੀ ਰਾਖ ਦੇ ਨਾਲ ਜਿਹੜਾ ਸੀਗਾ ਉਸ ਨੂੰ ਇਸ ਚੀਜ਼ ਦਾ ਆਰਾਮ ਆ ਗਿਆ ਸੀਗਾ ਉਸੇ ਟਾਈਮ। ਪਰ ਉਹਨੇ ਦੇਖਿਆ ਸੀਗਾ ਕਿ ਇੱਕ ਕਾਲੇ ਰੰਗ ਦੀ ਕੰਗਰਾਲੇ ਵਾਲਾਂ ਵਾਲੀ ਜਿਹੜੀ ਜਨਾਨੀ ਸੀਗੀ, ਉਹ ਉਸ ਕਿੱਕਰ 'ਤੇ ਚੜ੍ਹਦੀ ਜਿਹੜੀ ਸੀ ਉਹਨੇ ਅੱਖੀਂ ਦੇਖੀ ਸੀ, ਜਿਸ ਨੂੰ ਦੇਖ ਕੇ ਉਹਦੀ ਜਿਹੜੀ ਚੀਕ ਨਿਕਲ ਗਈ ਸੀ। ਸੋ ਇਹ ਤਾਂ ਇੱਕ ਕਾਰਨ ਹੈਗਾ ਕਿ ਕਿਸੇ ਅਗਿਆਤ ਜਗ੍ਹਾ ਦੇ ਉੱਤੇ ਤੁਸੀਂ ਜਦੋਂ ਆਪਣਾ ਪਿਸ਼ਾਬ ਕਰ ਦਿੰਦੇ ਹੋ। ਖਾਸ ਕਰਕੇ ਜਿਹੜੇ ਮਹਾਤਮਾ ਲੋਕੀ ਆ ਉਹ ਇਸ ਗੱਲ ਦੀ ਜਿਹੜੀ ਹੈ ਉਹ ਸਲਾਹ ਜਾਂ ਆਦੇਸ਼ ਦਿੰਦੇ ਆ ਕਿ ਅਗਰ ਕਿਸੇ ਜਗ੍ਹਾ ਦੇ ਉੱਤੇ ਆਦਮੀ ਨੇ ਰਸਤੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਪਿਸ਼ਾਬ ਕਰਨਾ ਹੋਵੇ, ਤਾਂ ਫਿਰ ਉਹਨੂੰ ਕਹਿੰਦੇ ਹਨ ਆਵਾਜ਼ ਮਾਰ ਕੇ ਪਿਸ਼ਾਬ ਕਰਨਾ ਚਾਹੀਦਾ ਹੈ ਕਿ ਅਗਰ ਕੋਈ ਹੈ ਤਾਂ ਭਾਈ ਇੱਕ ਸਾਈਡ ਨੂੰ ਹੋ ਜਾਓ। ਕਹਿੰਦੇ ਇਹਦੇ ਵਿੱਚ ਸਿਆਣਪ ਹੈਗੀ ਆ। ਦੂਸਰਾ ਕੀ ਹੁੰਦਾ ਹੈਗਾ ਕਿ ਕਿਸੇ ਆਦਮੀ ਨੂੰ ਅਗਰ ਕੋਈ ਚੀਜ਼ ਜਿਹੜੀ ਹੈ ਨਾ ਖਿਲਾ ਦਿੱਤੀ ਜਾਵੇ, ਤਾਂ ਉਹ ਖਾਧੀ ਹੋਈ ਚੀਜ਼ ਵੀ ਜਿਹੜੀ ਹੈਗੀ ਆ ਉਹਦਾ ਪਿੱਛਾ ਨਹੀਂ ਛੱਡਦੀ। ਦਾਸ ਨੇ ਇੱਕ ਬੀਬੀ ਨੂੰ ਦੇਖਿਆ ਹੈਗਾ ਕਿ ਉਸ ਨੂੰ ਜਿਹੜਾ ਸੀਗਾ ਜਦ ਛੋਟੀ ਹੁੰਦੀ ਸੀ ਕਿਸੇ ਨੇ ਹੈ ਨਾ ਕੰਜਕਾਂ ਦੇ ਵਿੱਚ ਕੋਈ ਐਸੀ ਚੀਜ਼ ਖਿਲਾਤੀ ਸੀ ਜਿਹਦੇ ਕਰਕੇ ਦੋ ਜਿਹੜੀਆਂ ਲੇਡੀ ਜਨਾਨੀਆਂ ਰੂਹਾਂ ਸੀਗੀਆਂ ਉਹਦਾ ਬਹੁਤ ਦੇਰ ਤੱਕ ਪਿੱਛਾ ਕਰਦੀਆਂ ਰਹੀਆਂ ਹੈ। ਪਰ ਸਮਾਂ ਪਾ ਕੇ ਜਦੋਂ ਉਸ ਬੀਬੀ ਨੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤ ਛਕਿਆ ਸੀਗਾ, ਫਿਰ ਪੰਜਾਂ ਪਿਆਰਿਆਂ ਦੀ ਅਰਦਾਸ ਤੋਂ ਬਾਅਦ ਉਸ ਬੀਬੀ ਨੂੰ ਉਹਨਾਂ ਚੀਜ਼ਾਂ ਤੋਂ ਬੰਦ ਖਲਾਸੀ ਹੋਈ ਸੀ। ਇਸ ਤਰ੍ਹਾਂ ਆਪਾਂ ਹੋਰ ਵੀ ਦੇਖਦੇ ਹਾਂ ਕਿ ਕਿਸੇ ਨੂੰ ਕੰਜਕਾਂ 'ਚ ਖਿਲਾ ਦੇਣਾ, ਕਿਸੇ ਨੂੰ ਕਿਸੇ ਚੀਜ਼ 'ਚ ਖਿਲਾ ਦੇਣਾ, ਅਤੇ ਇਹ ਜਿਹੜਾ ਖਾਧਾ ਖਿਲਾਇਆ ਹੁੰਦਾ ਹੈਗਾ ਇਹ ਵੀ ਜਿਹੜਾ ਹੈ ਨਾ ਕਾਫੀ ਦੇਰ ਤੱਕ ਉਸ ਇਨਸਾਨ ਦਾ ਪਿੱਛਾ ਕਰਦਾ ਰਹਿੰਦਾ ਹੈਗਾ। ਤੀਸਰਾ ਕੀ ਹੁੰਦਾ ਹੈਗਾ ਕਿ ਆਪਾਂ ਜਦੋਂ ਘਰੋਂ ਬਾਹਰ ਜਾਂਦੇ ਹਾਂ, ਔਰ ਖ਼ਾਸ ਕਰਕੇ ਜਦ ਰਾਤ ਨੂੰ ਰਸਤੇ ਦੇ ਵਿੱਚ ਕਿਸੇ ਢਾਬੇ ਤੋਂ ਕਿਸੇ ਹੋਟਲ ਦੇ ਵਿੱਚ ਮੀਟ ਖਾ ਲੈਂਦੇ ਹਾਂ, ਅਤੇ ਮੀਟ ਖਾ ਕੇ ਸਾਨੂੰ ਹੁਣ ਬਾਹਰ ਸੈਰ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਭੂਤ ਪ੍ਰੇਤਾਂ ਦੀਆਂ ਜਿਹੜੀਆਂ ਰੂਹਾਂ ਹੁੰਦੀਆਂ ਹੈਗੀਆਂ ਉਹ ਮੀਟ ਖਾਣ ਵਾਲੇ ਆਦਮੀ ਦਾ ਜਿਹੜਾ ਹੈ ਨਾ ਉਹ ਵੀ ਜ਼ਿਆਦਾ ਪਿੱਛਾ ਕਰਦੀਆਂ। ਜਿਵੇਂ ਇੱਕ ਸੱਜਣ ਨੇ ਦੱਸਿਆ ਸੀਗਾ ਕਿ ਜਦੋਂ ਉਹਦੀ ਨਵੀਂ ਸ਼ਾਦੀ ਹੋਈ ਤਾਂ ਫਿਰ ਉਹ ਆਪਣੀ ਘਰਵਾਲੀ ਨੂੰ ਸੈਰ ਜਾਂ ਘੁਮਾਉਣ ਵਾਸਤੇ ਕਿਸੇ ਜਗ੍ਹਾ 'ਤੇ ਗਿਆ ਸੀਗਾ, ਪਰ ਰਸਤੇ ਵਿੱਚ ਕਹਿੰਦੇ ਰਾਤ ਨੂੰ ਅਸੀਂ ਜਦ ਸਾਨੂੰ ਭੁੱਖ ਲੱਗੀ ਸੀ ਅਸੀਂ ਇੱਕ ਹੋਟਲ ਦੇ ਵਿੱਚੋਂ ਜਿਹੜਾ ਸੀਗਾ ਉਹ ਰੋਟੀ ਦੇ ਨਾਲ ਮੀਟ ਖਾ ਲਿਆ ਸੀਗਾ। ਪਰ ਕਿਉਂਕਿ ਮੀਟ ਜ਼ਿਆਦਾ ਹੋਣ ਕਰਕੇ ਬਾਕੀ ਮੀਟ ਜਿਹੜਾ ਸੀਗਾ ਕਹਿੰਦੇ ਅਸੀਂ ਇੱਕ ਟਿਫਨ ਦੇ ਵਿੱਚ ਬੰਨ੍ਹ ਲਿਆ ਸੀਗਾ ਕਿ ਜੇ ਰਸਤੇ ਵਿੱਚ ਫਿਰ ਜਿਹੜੀ ਭੁੱਖ ਲੱਗੂਗੀ ਤਾਂ ਅਸੀਂ ਦੋਨੇ ਜਣੇ ਖਾ ਲਵਾਂਗੇ। ਪਰ ਹੈਰਾਨੀ ਦੀ ਗੱਲ ਇਹ ਸੀਗੀ ਕਿ ਜਦੋਂ ਅਸੀਂ ਰਾਤ ਨੂੰ ਕਿਸੇ ਅਜਾਨ ਬੀਆਬਾਨ ਰਸਤੇ ਦੇ ਵਿੱਚੋਂ ਸਾਡੀ ਗੱਡੀ ਜਦੋਂ ਜਾਣ ਲੱਗੀ ਸੀਗੀ,
ਪਰ ਉਸ ਟਾਈਮ ਸਾਡੀ ਗੱਡੀ ਦੀਆਂ ਜਿਹੜੀਆਂ ਸੀਗੀਆਂ ਅਚਾਨਕ ਬ੍ਰੇਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਸਾਡੀ ਗੱਡੀ ਆਪਣੇ ਆਪ ਰੁਕ ਗਈ ਸੀ। ਅਸੀਂ ਕੀ ਦੇਖਿਆ ਕਿ ਬਾਹਰ ਜਿਹੜਾ ਹੈ ਨਾ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਕੋਈ ਜਿਹੜੀ ਔਰਤ ਆ, ਜਨਾਨੀ ਜਿਹੜੀ ਹੈ ਉਹ ਰਸਤੇ 'ਤੇ ਖੜੀ ਹੈਗੀ ਆ। ਕਹਿੰਦੇ ਫਿਰ ਉਸ ਤੋਂ ਬਾਅਦ ਜਦ ਅਸੀਂ ਗੱਡੀ ਰੋਕ ਕੇ ਜਿਹੜਾ ਸੀਗਾ ਉਹ ਖਿੜਕੀ ਖੋਲ੍ਹ ਕੇ ਜਦ ਬਾਹਰ ਦੇਖਿਆ ਤਾਂ ਬਾਹਰ ਕੋਈ ਵੀ ਨਹੀਂ ਸੀ। ਪਰ ਜਦੋਂ ਅਸੀਂ ਬਾਹਰੋਂ ਘੁੰਮ ਕੇ ਅੰਦਰ ਤੇ ਕੀ ਦੇਖਿਆ, ਉਹ ਗੱਡੀ ਦੇ ਜਿਹੜੇ ਸ਼ੀਸ਼ੇ ਸੀ ਉਹ ਆਪਣੇ ਆਪ ਹੀ ਲੌਕ ਹੋ ਗਏ ਸੀ। ਫਿਰ ਕਹਿੰਦੇ ਅਸੀਂ ਕਿਹਾ ਵੀ ਹੁਣ ਅਸੀਂ ਕੀ ਕਰ ਸਕਦੇ ਹਾਂ। ਫਿਰ ਕਹਿੰਦੇ ਅਸੀਂ ਗੱਡੀ ਦਾ ਸ਼ੀਸ਼ਾ ਜਿਹੜਾ ਉਹ ਭੰਨ ਕੇ ਜਦ ਅੰਦਰ ਝਾਕਿਆ ਸੀਗਾ ਤੇ ਜਦ ਅੰਦਰੋਂ ਖਿੜਕੀ ਖੋਲ੍ਹੀ ਸੀ ਤਾਂ ਕੀ ਦੇਖਿਆ ਸੀਗਾ ਕਿ ਜਿਹੜਾ ਸਾਡਾ ਟਿਫਨ ਸੀਗਾ ਹੈ ਨਾ, ਉਹਦਾ ਜਿਹੜਾ ਮੀਟ ਸੀਗਾ ਕਹਿੰਦੇ ਉਹ ਖਿਲਰਿਆ ਪਿਆ ਸੀਗਾ। ਅਤੇ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਕਿਸੇ ਚੀਜ਼ ਨੇ ਸਾਡੇ ਇਹ ਗੱਡੀ ਦੇ ਵਿੱਚ ਬੈਠ ਕੇ ਹੈ ਨਾ ਉਸ ਮੀਟ ਦਾ ਸੇਵਨ ਕਰ ਲਿਆ ਹੁੰਦਾ ਹੈ। ਉਹ ਮੀਟ ਜਿਹੜਾ ਸੀ ਗੱਡੀ ਦੇ ਵਿੱਚ ਡੁੱਲਾ ਪਿਆ ਸੀਗਾ। ਸੋ ਇਹ ਵੀ ਜਿਹੜੀ ਹੈ ਨਾ ਇੱਕ ਘਟਨਾਕ੍ਰਮ ਹੋ ਜਾਂਦਾ ਜਿਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਅਸੁਰੀ ਹੁੰਦੀਆਂ ਹੈ ਉਸ ਇਨਸਾਨ ਦਾ ਪਿੱਛਾ ਕਰ ਲੈਂਦੀਆਂ ਹੈ। ਇਸ ਤਰ੍ਹਾਂ ਜਿਹੜਾ ਹੈਗਾ ਆਮ ਤੌਰ 'ਤੇ ਜਿਹੜਾ ਦੇਖਿਆ ਜਾਂਦਾ ਹੈ ਕਿ ਕਈ ਬੀਬੀਆਂ ਜਿਹੜੀਆਂ ਹਨ ਰਾਤ ਨੂੰ ਹਾਰ ਸ਼ਿੰਗਾਰ ਕਰਕੇ ਅਤੇ ਜਦ ਕਹਿੰਦੇ ਉਹ ਬਾਹਰ ਟਹਿਲਣ ਵਾਸਤੇ ਜਾਂਦੀਆਂ, ਕਿਤੇ ਐਸੀ ਜਗ੍ਹਾ ਚਲੀਆਂ ਜਾਂਦੀਆਂ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਜਿਹੜਾ ਮੇਕਅਪ ਹੈ ਉਹਦੀ ਖੁਸ਼ਬੂ ਜਿਹੜੀ ਹੈ ਇਹਨਾਂ ਅਸੁਰੀ ਸ਼ਕਤਾਂ ਨੂੰ ਜਿਹੜੀ ਹੈਗੀ ਆ ਉਹ ਸਧਾਰਨ ਤੌਰ 'ਤੇ ਪਤਾ ਲੱਗ ਜਾਂਦਾ। ਫਿਰ ਇਹ ਜਿਹੜੀਆਂ ਭੂਤ ਪ੍ਰੇਤਾਂ ਦੀ ਦੁਨੀਆ ਹੈਗੀ ਆ ਉਸ ਹਾਰ ਸ਼ਿੰਗਾਰ ਦੀ ਬੀਬੀ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਆ। ਅਤੇ ਅਗਰ ਉਹ ਉਸ ਦੇ ਸ਼ਿਕੰਜੇ ਦੇ ਵਿੱਚ ਫਸ ਜਾਵੇ ਅਤੇ ਫਿਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦਾ ਪਿੱਛਾ ਕਰਕੇ ਉਸ ਦੇ ਉੱਤੇ ਐਸਾ ਆਪਣਾ ਕਬਜ਼ਾ ਬਣਾ ਲੈਂਦੀਆਂ ਕਿ ਜਿਹਨੂੰ ਅਸੀਂ ਇਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਉਹ ਉਹਦੇ ਨਾਲ ਆਪਣਾ ਜਿਹੜਾ ਹੈ ਨਾ ਵਿਆਹ ਕਰਾਉਣ ਤੱਕ ਜਿਹੜੀਆਂ ਹੈਗੀਆਂ ਉਹ ਖੜੀਆਂ ਹੋ ਜਾਂਦੀਆਂ, ਅੜ ਜਾਂਦੀਆਂ। ਫਿਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਕੱਢਣ ਵਾਸਤੇ ਹੈ ਨਾ ਬੜੇ ਫਿਰ ਯਤਨ ਕਰਨੇ ਪੈਂਦੇ ਆ। ਇਹ ਵੀ ਜਿਹੜਾ ਹੈ ਨਾ ਇੱਕ ਕਾਰਨ ਜਿਹੜਾ ਹੈਗਾ ਉਹ ਬਣਦਾ ਹੈਗਾ। ਇਸ ਤਰ੍ਹਾਂ ਦਾਸ ਨੇ ਹੋਰ ਵੀ ਜਿਹੜਾ ਕਈ ਜਗ੍ਹਾ ਐਸਾ ਦੇਖਿਆ ਹੈਗਾ ਕਿ ਕਿਸੇ ਵੀ ਅਣਜਾਣ ਜਗ੍ਹਾ 'ਤੇ ਉੱਤੇ ਜਾ ਕੇ ਜਦੋਂ ਕੋਈ ਅਣਜਾਣ ਵਿਅਕਤੀ ਸਾਨੂੰ ਮਿਲ ਜਾਵੇ ਅਸੀਂ ਉਹਨੂੰ ਜਾਣ ਬੁੱਝ ਕੇ ਟੀਚਰ ਮਜ਼ਾਕ ਜਾਂ ਮਖੌਲ ਕਰ ਦਈਏ। ਅਤੇ ਕਈ ਵਾਰੀ ਉਹ ਜਿਹੜਾ ਟੀਚਰ ਮਜ਼ਾਕ ਮਖੌਲ ਕੀਤਾ ਹੁੰਦਾ ਨਾ ਉਹ ਦੂਸਰੇ ਇਨਸਾਨ ਨੂੰ ਭਾਰਾ ਪੈ ਜਾਂਦਾ ਹੈਗਾ। ਦਾਸ ਨੇ ਇੱਕ ਸੱਜਣ ਦੇ ਜਿਹੜੇ ਹੈਗੇ ਆ ਉਹਦੇ ਨਾਲ ਕਾਫੀ ਗੂੜੀ ਮਿੱਤਰਤਾ ਹੈਗੀ ਆ। ਉਸ ਨੇ ਦੱਸਿਆ ਸੀਗਾ ਕਿ ਕਿਵੇਂ ਇੱਕ ਅਣਜਾਣ ਜਗ੍ਹਾ ਦੇ ਉੱਤੇ ਇੱਕ ਵਿਅਕਤੀ ਜਿਹਦਾ ਰੰਗ ਬੜਾ ਸਾਂਵਲਾ ਸੀਗਾ ਅਤੇ ਉਹਦੇ ਸਰੀਰ ਦੇ ਵਾਲ ਇਸ ਤਰ੍ਹਾਂ ਸੀਗੇ ਜਿਵੇਂ ਜਿਹੜੇ ਹੈਗੇ ਉਹ ਕੰਡੇ ਹੋਣ। ਕਹਿੰਦੇ ਮੈਂ ਉਹਨੂੰ ਜਿਹੜਾ ਸੀ ਮਜ਼ਾਕ ਕਰ ਦਿੱਤਾ ਸੀ। ਉਹਨੇ ਇਕੱਲੀ ਜਿਹੜੀ ਸੀ ਲਾਲ ਲੰਗੋਟੀ ਪਾਈ ਸੀ ਅਤੇ ਬਾਕੀ ਜਿਹੜਾ ਸਾਰਾ ਸਰੀਰ ਸੀ ਉਹਦਾ ਨੰਗਾ ਸੀਗਾ। ਅਤੇ ਉਹ ਤੋਂ ਮਜ਼ਾਕ ਕਰਨ ਤੋਂ ਬਾਅਦ ਕਹਿੰਦੇ ਉਹ ਮਜ਼ਾਕ ਮੈਨੂੰ ਇੰਨਾ ਭੈੜਾ ਪੈ ਗਿਆ ਸੀਗਾ ਕਿ ਜਦੋਂ ਮੈਂ ਘਰ ਗਿਆ ਸੀਗਾ ਫਿਰ ਉਹ ਜਿਹੜਾ ਇਨਸਾਨ ਸੀਗਾ ਜਿਹਨੂੰ ਮੈਂ ਰਸਤੇ 'ਚ ਮਜ਼ਾਕ ਕੀਤਾ ਸੀਗਾ ਅਸਲ ਦੇ ਵਿੱਚ ਉਹ ਜਿਹੜੀ ਸੀਗੀ ਕੋਈ ਅਸੁਰੀ ਸ਼ਕਤੀ ਸੀਗੀ। ਅਤੇ ਉਸ ਨੇ ਕਹਿੰਦੇ ਫਿਰ ਮੈਨੂੰ ਘਰ ਜਾ ਕੇ ਜਦ ਮੇਰੀ ਛਾਤੀ ਦੇ ਉੱਤੇ ਬੈਠ ਕੇ ਮੇਰੀ ਜਿਹੜੀ ਧੌਣ ਫੜ ਲਈ ਸੀਗੀ ਅਤੇ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਿਸੇ ਨੂੰ ਵੀ ਜਿਹੜਾ ਨਾ ਰਸਤੇ ਦੇ ਵਿੱਚ ਅਣਜਾਣ ਵਿਅਕਤੀ ਜਾਂ ਔਰਤ ਹੋਵੇ ਉਹਨੂੰ ਮਜ਼ਾਕ ਕਰਨਾ ਜਿਹੜਾ ਹੈਗਾ ਇਹ ਵੀ ਭੂਤ ਪ੍ਰੇਤਾਂ ਦੀ ਦੁਨੀਆ ਦੇ ਵਿੱਚ ਉਸ ਆਦਮੀ ਦਾ ਪਿੱਛਾ ਕਰਨ ਦਾ ਕਾਰਨ ਬਣਦਾ ਹੈਗਾ। ਇੱਕ ਸੱਜਣ ਨੇ ਜਿਹੜੀ ਸੀ ਉਹ ਗੱਲ ਸਾਂਝੀ ਕੀਤੀ ਸੀ ਕਿ ਇੱਕ ਵਾਰੀ ਉਹ ਟ੍ਰੇਨ ਦੇ ਵਿੱਚ ਕਿਤੇ ਜਾ ਰਿਹਾ ਸੀਗਾ। ਜਦ ਕਹਿੰਦੇ ਜਾ ਰਿਹਾ ਸੀਗਾ ਅਤੇ ਇੱਕ ਜੰਗਲ ਬੀਆਬਾਨ ਦੇ ਵਿੱਚ ਜਿਹੜੀ ਟ੍ਰੇਨ ਸੀਗੀ ਉਹ ਕੁਛ ਟਾਈਮ ਲਈ ਰੁਕ ਗਈ ਸੀ ਕਿਉਂਕਿ ਮੋਹਰਿਓਂ ਜਿਹੜੀ ਸੀ ਲਾਈਨ ਉਹ ਕਲੀਅਰ ਕਰਨ ਦਾ ਜਿਹੜਾ ਸੀਗਾ ਉਸ ਸਿਗਨਲ ਕਹਿੰਦੇ ਉਹ ਉਸ ਟ੍ਰੇਨ ਦੇ ਡਰਾਈਵਰ ਨੂੰ ਨਹੀਂ ਸੀ ਮਿਲਿਆ। ਇਸ ਕਰਕੇ ਉਹਨੇ ਵਿੱਚ ਹੀ ਜੰਗਲ ਦੀ ਜਿਹੜੀ ਸੀ ਟ੍ਰੇਨ ਸੀ ਰੋਕ ਦਿੱਤੀ ਸੀ। ਫਿਰ ਸੱਜਣ ਦੱਸਦੇ ਸੀਗੇ ਕਹਿੰਦੇ ਵੀ ਮੈਂ ਹੈ ਨਾ ਉਸ ਗੱਡੀ ਦੇ ਮੇਨ ਦਰਵਾਜ਼ਾ ਸੀਗਾ ਉਹ 'ਤੇ ਬੈਠ ਕੇ ਜਦ ਬਾਹਰ ਨੂੰ ਦੇਖਿਆ ਅਤੇ ਕਹਿੰਦੇ ਮੈਂ ਹੈਰਾਨ ਹੋਇਆ ਕਿ ਉਸੇ ਹੀ ਬੀਆਬਾਨ ਦੇ ਵਿੱਚ ਇੱਕ ਔਰਤ ਜਿਹੜੀ ਖੜੀ ਮੈਨੂੰ ਦਿਖਾਈ ਦਿੱਤੀ ਅਤੇ ਉਹ ਮੇਰੇ ਵੱਲ ਬਿਟ ਕਰਕੇ ਦੇਖ ਰਹੀ ਸੀ। ਕਹਿੰਦੇ ਮੈਂ ਵੀ ਉਹਦੇ ਵੱਲ ਦੇਖਦਾ ਰਿਹਾ ਪਰ ਮੈਂ ਹੈਰਾਨ ਸੀਗਾ ਵੀ ਇਹ ਔਰਤ ਇਕੱਲੀ ਜਿਹੜੀ ਆ ਇਸ ਬੀਆਬਾਨ ਜੰਗਲ ਦੇ ਵਿੱਚ ਕੀ ਕਰਦੀ ਆ। ਫਿਰ ਕਹਿੰਦੇ ਮੈਂ ਉਸੇ ਔਰਤ ਨੂੰ ਜਿਹੜਾ ਸੀਗਾ ਹੱਥ ਮਾਰ ਦਿੱਤਾ। ਜਦੋਂ ਕਹਿੰਦੇ ਹੱਥ ਮਾਰ ਦਿੱਤਾ ਅਤੇ ਕਹਿੰਦੇ ਵੀ ਮੈਂ ਉਹ ਜਿਹੜੀ ਔਰਤ ਸੀਗੀ ਕੁਛ ਕਹਿੰਦੇ ਉਹਦੀ ਹਿੱਲਣ ਦੀ ਹਰਕਤ ਆਈ ਅਤੇ ਮੈਂ ਕਹਿੰਦੇ ਇਹ ਮਜ਼ਾਕ ਕਰਕੇ ਆਪਣੀ ਸੀਟ 'ਤੇ ਬਹਿ ਗਿਆ। ਜਿਉਂ ਹੀ ਬੈਠਾ ਬਾਅਦ 'ਚ ਮੈਨੂੰ ਕਹਿੰਦੇ ਯਕਦਮ ਹੀ ਪਤਾ ਲੱਗਾ ਜਦੋਂ ਉਹ ਔਰਤ ਦੀ ਰੂਹ ਜਿਹੜੀ ਸੀ ਮੇਰੇ 'ਤੇ ਸਵਾਰ ਹੋ ਗਈ ਤਾਂ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਕਿੱਡੀ ਵੱਡੀ ਗਲਤੀ ਕਰ ਰਿਹਾ। ਅਸਲ ਦੇ ਵਿੱਚ ਜਿਹਨੂੰ ਮੈਂ ਔਰਤ ਸਮਝਦਾ ਸੀਗਾ ਉਹ ਔਰਤ ਨਹੀਂ ਸੀ, ਉਹ ਜਿਹੜੀ ਸੀਗੀ ਉਹ ਇੱਕ ਚੀਜ਼ ਸੀਗੀ, ਉਹ ਭੂਤ ਪ੍ਰੇਤਾਂ ਦੀ ਦੁਨੀਆ ਦੀ ਜਿਹੜੀ ਸੀਗੀ ਇੱਕ ਐਸੀ ਰੂਹ ਸੀਗੀ ਜਿਹੜੀ ਉਸ ਜੰਗਲ ਦੇ ਵਿੱਚ ਭਟਕ ਰਹੀ ਸੀ ਅਤੇ ਜਿਹਨੂੰ ਮੈਂ ਹੱਥ ਮਾਰਨ ਦੇ ਨਾਲ ਹੀ ਜਿਹੜਾ ਸੀਗਾ ਉਹਦਾ ਸ਼ਿਕਾਰ ਬਣ ਗਿਆ ਸੀਗਾ। ਸੋ ਇਸੇ ਤਰ੍ਹਾਂ ਹੈ ਨਾ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਦਾਸ ਨੇ ਜਿਹੜੀਆਂ ਹੈਗੀਆਂ ਉਹ ਕੀਤੀਆਂ ਹੈਗਾ ਕਿ ਅਸਲ ਦੇ ਵਿੱਚ ਕੀ ਹੁੰਦਾ ਕਈ ਕਾਰਨ ਐਸੇ ਹੁੰਦੇ ਆ ਕਿ ਜਦੋਂ ਇਨਸਾਨ ਕਿਸੇ ਚੀਜ਼ ਦੀ ਚੋਰੀ ਕਰ ਲੈਂਦਾ ਹੈਗਾ ਇਹ ਜਿਹੜੀ ਚੋਰੀ ਕੀਤੀ ਕਈ ਵਾਰੀ ਉਹਨੂੰ ਜਿਹੜਾ ਹੈ ਨਾ ਬਹੁਤ ਜ਼ਿਆਦਾ ਮਹਿੰਗੀ ਪੈ ਜਾਂਦੀ ਆ। ਦਾਸ ਨੇ ਦੇਖਿਆ ਹੈਗਾ ਕਿ ਇੱਕ ਬੀਬੀ ਉਹ ਆਪਣੇ ਜੀਵਨ 'ਚ ਦੱਸਦੀ ਸੀ ਕਿ ਇੱਕ ਵਾਰ ਜਦੋਂ ਉਹ ਸਿਆਲ ਦੇ ਦਿਨਾਂ ਦੇ ਵਿੱਚ ਕਿਸੇ ਖੇਤ 'ਚ ਸਾਗ ਤੋੜਨ ਗਈ ਸੀ ਤਾਂ ਨਾਲ ਇੱਕ ਕਮਾਦ ਦਾ ਖੇਤ ਸੀ।
ਉਹ ਕਹਿਣ ਲੱਗੀ ਕਿ ਜਦੋਂ ਮੈਂ ਕਮਾਦ ਦੇ ਖੇਤ ਦੇ ਵਿੱਚੋਂ ਗੰਨਾ ਭੰਨਣ ਲੱਗੀ, ਬਸ ਗੰਨਾ ਭੰਨਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਕਿਸੇ ਬਾਹਰਲੀ ਹਵਾ ਨੇ ਜਿਹੜਾ ਸੀਗਾ ਕਿ ਮੈਨੂੰ ਜਕੜ ਲਿਆ ਹੈਗਾ। ਉਸ ਤੋਂ ਬਾਅਦ ਕਹਿੰਦੀ ਵੀ ਜਦੋਂ ਮੈਂ ਘਰ ਆਈ ਹਾਂ ਅਤੇ ਘਰ ਆ ਕੇ ਮੇਰੀ ਨਨਾਣ ਜਦ ਸਾਗ ਜਿਹੜੀ ਬਣਾਉਣ ਲੱਗੀ, ਉਸ ਤੋਂ ਬਾਅਦ ਇੱਕ ਮਿਰਚ ਜਿਹੜੀ ਲਾਲ ਸੀ ਭੁੜਕ ਕੇ ਚੁੱਲ੍ਹੇ ਦੇ ਵਿੱਚ ਡਿੱਗੀ ਆ। ਉਸ ਤੋਂ ਬਾਅਦ ਹੀ ਉਹ ਜਿਹੜੀ ਕਮਾਦ ਦੇ ਵਿੱਚ ਚੀਜ਼ ਸੀਗੀ ਉਹ ਕਹਿੰਦੀ ਯਕਦਮ ਬੋਲ ਪਈ। ਜਦ ਕਹਿੰਦੀ ਬੋਲੀ ਆ ਅਤੇ ਉਹਦੀ ਨਨਾਣ ਜਿਹੜੀ ਸੀ ਡਰਦੀ ਉੱਠ ਕੇ ਸਾਗ ਛੱਡ ਕੇ ਭੱਜ ਗਈ ਸੀ। ਪਰ ਜਦੋਂ ਉਹਦੀ ਨਨਾਣ ਨੇ ਜਿਹੜਾ ਸੀਗਾ ਆਪਣੇ ਸਹੁਰੇ ਸਾਹਿਬ ਨੂੰ ਜਾ ਕੇ ਲਿਆਂਦਾ ਸੀਗਾ ਅਤੇ ਉਸ ਤੋਂ ਬਾਅਦ ਉਹਨੇ ਪੁੱਛਿਆ ਸੀਗਾ ਵੀ ਤੂੰ ਕੌਣ ਆ, ਅਤੇ ਫਿਰ ਉਹ ਜਿਹੜੀ ਚੀਜ਼ ਸੀ ਉਹਦੇ ਮੂੰਹ ਚੜ੍ਹ ਕੇ ਬੋਲੀ ਸੀ ਉਸ ਲੜਕੀ ਦੇ। ਉਹਨੇ ਕਿਹਾ ਸੀਗਾ ਕਿ ਮੈਂ ਫਲਾਨਾ ਸਿੰਘ ਹੈਗਾ ਅਤੇ ਮੈਂ ਜਿਹੜਾ ਹੈਗਾ ਆਪਣੇ ਕਮਾਦ ਦੀ ਰਾਖੀ ਬੈਠਾ ਹੋਇਆ, ਅਤੇ ਇਸ ਲੜਕੀ ਨੇ ਮੇਰੇ ਕਮਾਦ ਦੇ ਵਿੱਚੋਂ ਗੰਨਾ ਭੰਨ ਕੇ ਚੂਪਿਆ ਹੈਗਾ ਅਤੇ ਇਹਨੇ ਜਿਹੜਾ ਗੰਨਾ ਕਿਉਂ ਭੰਨਿਆ ਹੈ ਮੇਰੇ ਕਮਾਦ 'ਚ। ਜਦ ਕਿ ਜਿਹੜਾ ਉਹ ਆਦਮੀ ਸੀਗਾ ਜਿਹਨੇ ਇਸ ਨੂੰ ਗੰਨੇ ਭੰਨਦੇ ਨੂੰ ਫੜਿਆ ਸੀਗਾ, ਉਸ ਦੀ ਮੌਤ ਹੋਏ ਨੂੰ ਵੀ ਜਿਹੜੇ ਕਈ ਸਾਲ ਹੋ ਗਏ ਸੀਗੇ, ਪਰ ਫਿਰ ਵੀ ਉਹਦੀ ਜਿਹੜੀ ਰੂਹ ਸੀਗੀ ਆਪਣੀ ਜ਼ਮੀਨ ਜਾਇਦਾਦ ਦੇ ਸੀ। ਇਸ ਕਰਕੇ ਉਹਦੀ ਜਿਹੜੀ ਰੂਹ ਸੀਗੀ ਉਹ ਇਸੇ ਹੀ ਭੂਤ ਪ੍ਰੇਤ ਦਾ ਰੂਪ ਬਣ ਕੇ ਜਿਹੜੀ ਸੀ ਆਪਣੇ ਖੇਤਾਂ ਦੇ ਵਿੱਚ ਭਟਕਦੀ ਰਹਿੰਦੀ ਸੀ, ਅਤੇ ਜਿਸ ਕਰਕੇ ਉਹਨੇ ਜਿਹੜਾ ਸੀਗਾ ਇਸ ਲੜਕੀ ਨੂੰ ਫੜ ਲਿਆ ਸੀਗਾ। ਇਸ ਤਰ੍ਹਾਂ ਜਿਹੜਾ ਹੈ ਨਾ ਹੋਰ ਵੀ ਕਈ ਕਾਰਨ ਜਿਹੜੇ ਹੈਗੇ ਉਹ ਬਣਦੇ ਹੈਗੇ ਆ। ਉਹ ਕਾਰਨ ਇਹ ਬਣਦੇ ਹੈਗੇ ਕਿਸੇ ਅਣਜਾਣ ਜਗ੍ਹਾ 'ਤੇ ਜਾ ਕੇ ਕੋਈ ਵੀ ਜਿਹੜਾ ਆਦਮੀ ਹੈਗਾ ਜਦੋਂ ਉਹਨੂੰ ਕੋਈ ਆਵਾਜ਼ ਮਾਰੇ ਉਹਦਾ ਨਾਂ ਲੈ ਕੇ, ਫਿਰ ਕਹਿੰਦੇ ਉਹਨੂੰ ਹੈ ਨਾ ਉਹਦੀ ਆਵਾਜ਼ ਨਹੀਂ ਦੇਣੀ ਚਾਹੀਦੀ। ਅਗਰ ਉਹਨੇ ਉਹਦੀ ਹਾਂ ਦੇ ਵਿੱਚ ਹਾਂ ਮਿਲਾਤੀ ਫਿਰ ਵੀ ਇਹ ਚੀਜ਼ਾਂ ਉਹਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹੈਗਾ। ਇਸ ਦੀ ਘਟਨਾ ਦਾ ਜਿਹੜਾ ਪ੍ਰਤੱਖ ਪ੍ਰਮਾਣ ਦਾਸ ਨੇ ਆਪ ਵੀ ਦੇਖਿਆ ਸੀਗਾ ਕਿ ਇੱਕ ਕੋਈ ਸੱਜਣ ਜਿਹੜਾ ਸੀਗਾ ਜਦੋਂ ਨਾਮ ਲੈ ਕੇ ਰਾਤ ਨੂੰ ਆਵਾਜ਼ ਮਾਰਿਆ ਸੀਗਾ, ਅਤੇ ਪਰ ਕਹਿੰਦੇ ਉਸ ਦਾ ਆਵਾਜ਼ ਦਾ ਜਿਹੜਾ ਜਵਾਬ ਸੀਗਾ ਕਹਿੰਦੇ ਅਸੀਂ ਨਹੀਂ ਸੀ ਦਿੱਤਾ। ਪਰ ਅਖੀਰ ਦੇ ਵਿੱਚ ਕੀ ਹੋਇਆ ਸੀਗਾ ਕਿ ਉਹ ਜਿਹੜੀ ਰੂਹ ਸੀਗੀ ਉਹ ਪ੍ਰਤੱਖ ਜਿਹੜੀ ਸੀਗੀ ਕੋਲ ਆਈ। ਜਦ ਕੋਲ ਆਈ ਤਾਂ ਕਹਿੰਦੇ ਫਿਰ ਉਹਦਾ ਐਡਾ ਜਿਹੜਾ ਉਹ ਕਰੂਪ ਦੇਖ ਕੇ ਜਿਹੜੇ ਨਾਲ ਦੇ ਸੱਜਣ ਸੀਗੇ ਉਹਨਾਂ ਨੇ ਆਪਣੇ ਗੋਡਿਆਂ ਦੇ ਵਿੱਚ ਸਿਰ ਲੈ ਲਿਆ ਸੀਗਾ, ਪਰ ਉਹਨੂੰ ਜਿਹੜਾ ਸੀਗਾ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਦਿੱਤੀ। ਇਸ ਕਰਕੇ ਉਹ ਜਿਹੜੀ ਚੀਜ਼ ਸੀ ਉਹਦੇ ਪਿੱਛੋਂ ਦੀ ਗੁਜ਼ਰ ਕੇ ਜਿਹੜੀ ਅੱਗੇ ਜਾ ਕੇ ਆਪਣੇ ਆਪ ਗਾਇਬ ਹੋ ਗਈ ਸੀਗੀ। ਸੋ ਇਸ ਤਰ੍ਹਾਂ ਦੇ ਇੱਕ ਨਹੀਂ ਜਿਹੜੇ ਹੈ ਨਾ ਅਨੇਕਾਂ ਜਿਹੜੇ ਕਾਰਨ ਹੈਗੇ ਆ ਉਹ ਜਿਹੜੇ ਹੈ ਬਣਦੇ ਹੈ ਕਿ ਰਾਤ ਨੂੰ ਜਦੋਂ ਵੀ ਜਾਣਾ ਹੋਵੇ, ਖਾਸ ਕਰਕੇ ਕਈ ਸੱਜਣ ਹੈ ਨਾ ਦੁੱਧ ਪੀ ਕੇ ਰਾਤ ਨੂੰ ਸੈਰ ਕਰਨ ਚਲੇ ਜਾਂਦੇ ਆ। ਸੋ ਦੁੱਧ ਪੀ ਕੇ ਕੀਤੀ ਸੈਰ ਜਿਹੜੀ ਹੈ ਨਾ ਉਹ ਵੀ ਜਿਹੜੀ ਹੈ ਇਹਨਾਂ ਭੂਤ ਪ੍ਰੇਤਾਂ ਦੀ ਦੁਨੀਆ ਦੇ ਵਿੱਚ ਉਸ ਦੁੱਧ ਪੀਤੇ ਆਦਮੀ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਆ। ਇਸ ਕਰਕੇ ਜਦ ਰਾਤ ਨੂੰ ਜਿਹੜਾ ਹੈ ਨਾ ਸਿਆਣੇ ਬੰਦੇ ਆਖਦੇ ਆ ਕਿ ਜਦੋਂ ਰਾਤ ਨੂੰ ਦੁੱਧ ਪੀ ਕੇ ਕਿਤੇ ਬਾਹਰ ਜ਼ਰੂਰੀ ਕੰਮ ਜਾਂ ਦੂਰ ਦਰਾਡੇ ਜਾਣਾ ਹੋਵੇ, ਉਸ ਟਾਈਮ ਜਿਹੜੀ ਲੱਕੜ ਦੀ ਸਵਾਹ ਹੁੰਦੀ ਆ ਉਸ ਨੂੰ ਕਹਿੰਦੇ ਆਪਣੀ ਜੀਭ ਦੇ ਉੱਤੇ ਜ਼ਰੂਰ ਲਾਉਣਾ ਚਾਹੀਦਾ ਹੈਗਾ। ਇਹਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜਾ ਦੁੱਧ ਦਾ ਮਹਿਕ ਹੁੰਦਾ ਹੈ ਜੀਭ ਦੇ ਵਿੱਚੋਂ ਜਿਹੜਾ ਹੈਗਾ ਸਵਾਹ ਲਾਉਣ ਦੇ ਨਾਲ ਇੱਕ ਪਾਸੇ ਚਲਾ ਜਾਂਦਾ ਹੈ, ਅਤੇ ਉਹ ਆਦਮੀ ਜਿਹੜਾ ਹੈਗਾ ਫਿਰ ਇਹਨਾਂ ਚੀਜ਼ਾਂ ਦਾ ਸ਼ਿਕਾਰ ਨਹੀਂ ਹੁੰਦਾ। ਖਾਸ ਕਰਕੇ ਅਗਰ ਆਪਾਂ ਗੁਰਮਤਿ ਦੀ ਨਜ਼ਰ ਦੇ ਵਿੱਚ ਦੇਖੀਏ ਕਿ ਇਹ ਜਿਹੜੇ ਭੂਤ ਪ੍ਰੇਤਾਂ ਦੀਆਂ ਜਿੰਨੀਆਂ ਵੀ ਕਿਸਮਾਂ ਹੈ ਉਹਨਾਂ ਆਦਮੀਆਂ ਨੂੰ ਸ਼ਿਕਾਰ ਬਣਾਉਂਦੀਆਂ ਜਿਹੜੇ ਆਦਮੀ ਨਾਮ ਤੋਂ ਹੀਣੇ ਹੁੰਦੇ, ਨਾਮ ਤੋਂ ਟੁੱਟੇ ਹੁੰਦੇ, ਨਾਮ ਤੋਂ ਸਖੜੇ ਹੁੰਦੇ ਆ। ਅਤੇ ਜਿਹੜੇ ਗੁਰਮੁਖ ਅਭਿਆਸੀ ਜਿਹੜੇ ਹੈਗੇ ਉਹ ਪਰਮੇਸ਼ਰ ਦਾ ਨਾਮ ਜਪਦੇ ਆ ਅਤੇ ਵਾਹਿਗੁਰੂ ਦੀ ਹਾਜ਼ਰੀ ਨੂੰ ਹਰੇਕ ਟਾਈਮ ਹਰ ਸਮੇਂ ਆਪਣੇ ਅੰਗ ਸੰਗ ਸਮਝਦੇ ਆ। ਉਹਨਾਂ ਉੱਤੇ ਇਹਨਾਂ ਜਿਹੜੀਆਂ ਭੂਤ ਪ੍ਰੇਤਾਂ ਐਸੀਆਂ ਜਿਹੜੀਆਂ ਬੇਸੂਰੀ ਤਾਕਤਾਂ ਰੂਹਾਂ ਹੁੰਦੀਆਂ ਉਹਨਾਂ ਦਾ ਕੋਈ ਹੱਲਾ ਨਹੀਂ ਹੁੰਦਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗਾ ਉਹਨਾਂ ਤੋਂ ਕੋਹਾਂ ਦੂਰ ਭੱਜਦੀਆਂ ਹੈ, ਕਿਉਂਕਿ ਉਹ ਵਾਹਿਗੁਰੂ ਦਾ ਨਾਮ ਜਪਦੇ ਦੇ ਨਾਲ ਹੀ ਹੈ ਨਾ ਪਰਮਾਤਮਾ ਦੀ ਮਿਹਰ ਦੇ ਪਾਤਰ ਬਣ ਜਾਂਦੇ ਆ। ਪਰ ਇਹ ਭੂਤ ਪ੍ਰੇਤ ਦੀ ਦੁਨੀਆ ਉਹਨਾਂ ਲੋਕਾਂ ਨੂੰ ਸ਼ਿਕਾਰ ਬਣਾਉਂਦੀ ਆ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਦੇ ਵਿੱਚ ਗਰਸੇ ਹੁੰਦੇ ਆ, ਅਤੇ ਇਹੋ ਜਿਹੇ ਲੋਕੀ ਜਿਹੜੇ ਹਨ ਉਹ ਲੋਭੀ ਹੁੰਦੇ, ਸਵਾਰਥੀ ਹੁੰਦੇ, ਲਾਲਚੀ ਹੁੰਦੇ, ਪਾਪੀ ਹੁੰਦੇ ਆ। ਇਹ ਹੀ ਜਿਹੜੇ ਲੋਕੀ ਹੈ ਇਹਨਾਂ ਭੂਤ ਪ੍ਰੇਤਾਂ ਦਾ ਸ਼ਿਕਾਰ ਬਣਦੇ ਆ, ਅਤੇ ਇਹ ਲੋਕੀ ਜਿਹੜੇ ਹੈ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਤੋਂ ਆਪਣਾ ਜੋ ਨਿੱਜੀ ਸਵਾਰਥ ਹੈਗਾ ਉਹਦੀ ਪੂਰਤੀ ਜਿਹੜੀ ਹੈ ਇਹ ਭੂਤ ਪ੍ਰੇਤਾਂ ਦੀ ਦੁਨੀਆ ਕਰਦੀ ਆ। ਸੋ ਦਾਸ ਭੂਤ ਪ੍ਰੇਤ ਕਿਸ ਤਰ੍ਹਾਂ ਪਿੱਛਾ ਕਰਦੇ ਹੈ ਇਸ ਦੀ ਇੱਕ ਤਿਲ ਮਾਤਰ ਦੀ ਜਿਹੜੀ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।